ਰਾਗ ਗੌੜੀ ਦੇ ਵਿੱਚ ਗੁਆਰੇ ਦੀ ਜਾਤੀ ਹੈ। ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਸੋ ਇੱਥੋਂ ਹੁਣ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਰੰਭ ਹੋ ਰਹੀਆਂ ਨੇ। 8-8 ਪੌੜੀਆਂ ਵਾਲੇ ਸ਼ਬਦ ਹੋਣਗੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ, ਓੰਕਾਰ ਜੋ ਕੇਵਲ ਇੱਕੋ ਇੱਕ ਹੈ। ਸਤਿਨਾਮ, ਜਿਹਦਾ ਨਾਮ ਸੱਚਾ ਹੈ। ਸੋ ਸੱਚ ਨਾਮ ਉਹ ਹੁੰਦਾ ਜੋ ਆਦਿ ਸੱਚ, ਆਦਿ ਤੋਂ ਹੀ ਲੈ ਕੇ ਸੱਚ ਰੂਪ ਹੈ। ਜੁਗਾਦ, ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸਰੂਪ ਸੀ। ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਜੋ ਸਾਰੇ ਸਮੇਂ ਵਿੱਚ ਸੱਚ ਸਰੂਪ ਹੀ ਰਹਿੰਦਾ, ਕਦੇ ਬਦਲਦਾ ਨਹੀਂ। ਸੰਸਾਰ ਅੱਜ ਦੇਖਣ ਨੂੰ ਸੱਚਾ ਲੱਗਦਾ, ਪਹਿਲਾਂ ਨਹੀਂ ਸੀ, ਬਾਅਦ ਵਿੱਚ ਵੀ ਨਹੀਂ ਹੋਵੇਗਾ। ਇਸ ਕਰਕੇ ਇਹ ਸੰਸਾਰ ਸੱਚਾ ਨਹੀਂ। ਜੋ ਵੀ ਕੁਝ ਨਜ਼ਰ ਆਉਂਦਾ ਹੈ ਸਭ ਮਿਥਿਆ। ਅੱਖਾਂ ਨਾਲ ਕੁਝ ਸਮਾਂ ਦਿਖ ਜਾਣ ਦਾ ਮਤਲਬ ਸੱਚ ਨਹੀਂ ਹੁੰਦਾ। ਸਦਾ ਰਹਿਣ ਵਾਲਾ ਪਰਮਾਤਮਾ ਹੀ ਸੱਚ ਹੈ। ਕਰਤਾ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਖ ਜੋ ਪੂਰਨ ਵਿਆਪਕ ਹੈ, ਗੁਰ ਪ੍ਰਸਾਦ ਹੈ। ਗੁਰਾਂ ਦੀ ਕਿਰਪਾ ਨਾਲ ਜਿਹਦੀ ਪ੍ਰਾਪਤੀ ਹੁੰਦੀ ਆਪਾਂ ਨੂੰ। ਮਹਾਰਾਜ ਫਰਮਾਉਂਦੇ, ਰਹਾਉ ਦੀਆਂ ਪੰਕਤੀਆਂ ਵਿੱਚ ਸਹਿਜ ਸੁਹੇਲਾ ਫਲ ਮਸਕੀਨੀ। ਮਸਕੀਨੀ ਹੁੰਦੀ ਗਰੀਬੀ, ਨਿਮਰਤਾ, ਨੀਵੇਂ ਹੋਣਾ। ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਮ ਗਲੇ। ਸਾਧ ਕੀ ਸੋਭਾ ਆਤਮ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਸੋ ਮਸਕੀਨੀ ਤੋਂ ਭਾਵ ਗਰੀਬੀ ਦਾ ਫਲ ਸਹਿਜੇ ਸੁਹੇਲਾ ਸੁਖ ਦੀ ਪ੍ਰਾਪਤੀ ਹੈ। ਗਰੀਬੀ ਧਾਰਨ ਨਾਲ ਸਹਿਜ ਫਲ ਹੁੰਦਾ, ਗਿਆਨ ਫਲ ਦੀ ਪ੍ਰਾਪਤੀ ਹੁੰਦੀ, ਜਿਸ ਗਿਆਨ ਕਰਕੇ ਸਹਿਜੇ ਹੀ ਸੁਖ ਪ੍ਰਾਪਤ ਹੁੰਦਾ। ਸਤਿਗੁਰ ਆਪਣਾ ਮੋਹੇ ਦਾਨ ਦੀਨੀ ਰਹਾਓ। ਆਪਣੇ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਇਹ ਗਰੀਬੀ ਮੈਨੂੰ ਦਾਨ ਹੀ ਕਰ ਦਿੱਤੀ। ਇਹ ਵੀ ਮਨ ਦੇ ਅੰਦਰ ਗਰੀਬੀ ਵਸ ਜਾਂਦੀ ਹੈ। ਨੀਵਾਂ ਹੋਣਾ, ਨਿਮਰਤਾ ਦਿਖਾਉਣੀ, ਅੰਦਰੋਂ ਨਿਮਰਤਾ ਹੋਣੀ। ਸਤਿਗੁਰੂ ਮਹਾਰਾਜ ਸ਼ਬਦ ਪਰ ਆਰੰਭ ਕਰਦੇ ਨੇ, ਜਬ ਇਹੋ ਮਨ ਮਹਿ ਕਰਤ ਗੁਮਾਨਾ, ਤਬ ਇਹੋ ਬਾਵਰ ਫਿਰਤ ਬੇਗਾਨਾ। ਮਸਕੀਨੀ ਗਰੀਬੀ ਸੁਭਾਵ ਨੂੰ ਛੱਡ ਕੇ ਜਦੋਂ ਇਹ ਜੀਵ ਮਨ ਵਿੱਚ ਹੰਕਾਰ ਕਰਦਾ ਬਹੁਤਾ ਜ਼ਿਆਦਾ, ਉਦੋਂ ਇਹ ਪਾਗਲ ਗਿਆਨ ਤੋਂ ਬਿਨਾਂ ਹੋਣ ਕਰਕੇ ਬੇਗਾਨਾ, ਦੂਜਿਆਂ ਦਾ ਦਾਸ ਹੋਇਆ ਫਿਰਦਾ, ਬੇਗਿਆਤ ਹੋ ਜਾਂਦਾ ਹੈ। ਕਿਉਂਕਿ ਬੇਗਾਨਿਆਂ ਦੀ ਤਰ੍ਹਾਂ ਆਉਂਦਾ ਹੈ, ਗੁਰੂ ਘਰ 'ਚ ਵੀ ਬੇਗਾਨਿਆਂ ਦੀ ਤਰ੍ਹਾਂ ਵਰਤਦਾ ਪਰਮਾਤਮਾ ਨਾਲ। ਪਰਮਾਤਮਾ ਨੂੰ ਜਿਵੇਂ ਵੱਖਰਾ ਜਿਹਾ ਸਮਝਦਾ, ਆਪਣੇ ਆਪ ਨੂੰ ਵੱਡਾ ਸਮਝਦਾ। ਸੋ ਜਿਵੇਂ ਆਪਾਂ ਬੇਗਾਨਿਆਂ ਵਾਂਗ ਦੂਜੇ ਦੇ ਘਰ ਜਾਈਏ, ਬੇਗਾਨਾ ਜਾਂ ਬੰਦਾ ਬੇਗਾਨਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਇਹ ਵੀ ਪਰਮਾਤਮਾ ਨੂੰ ਛੱਡ ਕੇ ਇੱਥੇ ਬੇਗਾਨਿਆਂ ਜਿਹਾ ਵਾਂਗੂ ਰਹਿੰਦਾ, ਬੇਗਾਨਾ ਹੁੰਦਾ, ਦਵੈਤ ਦੇ ਗੀਤ ਗਾਉਂਦਾ। ਜਬ ਇਹੋ ਹੂਆ ਸਗਲ ਕੀ ਰੀਨਾ, ਤਾਤੇ ਰਮਈਆ ਘਟ ਘਟ ਚੀਨਾ। ਜਦ ਤੋਂ ਇਹ ਜੀਵ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਗਿਆ, ਇਹਦੇ ਮਨ 'ਚ ਨਿਮਰਤਾ ਆ ਗਈ ਹੈ, ਉਦੋਂ ਤੋਂ ਇਹਨੇ ਸਾਰਿਆਂ ਹਿਰਦਿਆਂ 'ਚ ਪਰਮਾਤਮਾ ਨੂੰ ਚੀਨਾ ਹੁੰਦਾ ਜਾਣ ਲਿਆ। ਹਰੇਕ ਹਿਰਦੇ 'ਚ ਬੈਠਾ ਦੇਖ ਲਿਆ। ਕਿਉਂਕਿ ਪਰਮਾਤਮਾ ਨਿਮਰਤਾ ਨਾਲ ਹੀ ਮਿਲਦੇ ਨੇ। ਬਹੁਤ ਨਿਮਰਤਾ ਗਰੀਬੀ ਹੋਵੇ। ਮਹਾਰਾਜ ਵਿੱਚ ਆਪ ਬਹੁਤ ਜ਼ਿਆਦਾ, ਅਕਾਲ ਪੁਰਖ ਜੀ ਵਿੱਚ ਨਿਮਰਤਾ ਹੈ। ਜਿਵੇਂ ਭਗਤ ਤਰਲੋਚਨ ਜੀ ਦੀ ਪਤਨੀ ਕਹਿਣ ਲੱਗੀ ਸੀ, ਬਈ ਆਪਾਂ ਹੁਣ ਬਿਰਧ ਅਵਸਥਾ 'ਚ ਹੋ ਗਏ ਆ, ਕੋਈ ਨੌਕਰੀ ਰੱਖ ਲਓ। ਕਹਿੰਦਾ ਚੰਗਾ, ਮੈਂ ਦੇਖਣ ਜਾਣਾ ਜਿੱਥੇ ਬਾਜ਼ਾਰ ਵਿੱਚ ਨੌਕਰ ਵਗੈਰਾ ਖੜੇ ਹੁੰਦੇ ਨੇ ਕਾਮੇ ਜੀ। ਪਰਮੇਸ਼ਰ ਵਿੱਚ ਇੰਨੀ ਨਿਮਰਤਾ ਹੈ ਕਿ ਉੱਥੇ ਨੌਕਰ ਬਣ ਕੇ ਨੌਕਰਾਂ ਜਿਹੇ 'ਚ ਖੜੇ ਹੋ ਗਏ। ਕੁੜਤਾ ਪਜਾਮਾ ਜਿਹਾ ਪਾਇਆ ਹੋਇਆ, ਸਿਰ 'ਤੇ ਊਂ ਪਰਨਾ ਜਿਹਾ ਮੰਨ ਲਿਆ ਡੱਬੀਆਂ ਜਿਹਾ ਵਾਲਾ, ਬੌਲੇ ਗੋਲੂ ਮੋਲੂ ਜਿਹੇ ਬਣ ਕੇ 15 ਸਾਲ ਦੀ ਉਮਰ ਦੇ ਬਹੁਤੇ ਸੋਹਣੇ ਜਿਹੇ ਬਣ ਕੇ ਖੜ ਗਏ। ਤਰਲੋਚਨ ਦਾ ਮਨ ਆਉਂਦੇ ਇਹਨਾਂ 'ਤੇ ਆ ਗਿਆ, ਆਹ ਠੀਕ ਰਹੂ, ਛੋਟਾ ਜਿਹਾ ਮੁੰਡਾ ਜਿਹਾ। ਕਹਿੰਦੇ ਕਿਉਂ ਵੀ ਚੱਲਣਾ? ਕਹਿੰਦੇ ਚਲੋ ਜੀ, ਤੂੰ ਸਾਡੇ ਘਰੇ ਕੰਮ ਕਰੇਂਗਾ। ਕਹਿੰਦੇ ਜੀ ਹੋਰ ਅਸੀਂ ਕੀ ਕਰਨਾ, ਅਸੀਂ ਤਾਂ ਭਗਤਾਂ ਦੇ ਘਰੇ ਹੀ ਕੰਮ ਕਰਨਾ, ਭਗਤਾਂ ਦੇ ਨੌਕਰਾਂ ਸੀ। ਤਾਂ ਮਹਾਰਾਜ ਨੇ ਬਾਣੀ ਅੰਦਰ ਬਚਨ ਵੀ ਲਿਖਿਆ ਹੈ, ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ। ਪਰਮੇਸ਼ਰ ਜੀ 6 ਮਹੀਨੇ ਉਹਨਾਂ ਦੇ ਘਰ ਰਹੇ ਨੇ, ਦੋਨਾਂ ਦੀ ਬਹੁਤ ਸੇਵਾ ਕੀਤੀ।
ਬਚਨ ਕੀਤਾ ਸੀ ਕਿ ਸਾਡੀ ਨਿੰਦਿਆ ਨਾ ਕਰਿਓ, ਪਰ ਉਹਨਾਂ ਤੋਂ ਨਿੰਦਿਆ ਹੋ ਗਈ ਗਲਤੀ ਨਾਲ, ਉਹਦੀ ਪਤਨੀ ਤੋਂ। ਸਾਖੀ ਲੰਬੀ ਹੈ। ਨਿੰਦਿਆ ਹੋਣ ਕਰਕੇ ਛੱਡ ਕੇ ਚਲੇ ਗਏ। ਫਿਰ ਭਗਤ ਤਰਲੋਚਨ ਜੀ ਨੂੰ ਬਾਅਦ ਵਿੱਚ ਗਿਆਨ ਹੋਇਆ ਕਿ ਪਰਮੇਸ਼ਰ ਜੀ ਸਾਡੇ ਘਰ ਆ ਕੇ ਨੌਕਰ ਕਰਕੇ 6 ਮਹੀਨੇ ਨੌਕਰ ਬਣ ਕੇ ਸੇਵਾ ਕਰਦੇ ਰਹੇ। ਉਸ ਵਕਤ ਮਨ ਦੇ ਅੰਦਰ ਬੜਾ ਪਛਤਾਵਾ ਹੋਇਆ। ਨੌਕਰ ਦਾ ਨਾਮ ਸੀ ਨਰਾਇਣ, ਹੁਣ ਇਹ ਪਰਮੇਸ਼ਰ ਆਪ ਹੀ ਸਨ। ਭਗਤ ਜੀ ਕਹਿਣ ਲੱਗੇ, ਨਾਰਾਇਣ ਨਿੰਦਸ ਕਾਏ ਭੁੱਲੀ ਗਾਵਾਰੀ। ਚੱਲੀਏ, ਨਰਾਇਣ ਦੀ ਕਿਉਂ ਨਿੰਦਿਆ ਕਰ ਦਿੱਤੀ? ਦੁਕਿਰਤ ਸੁਕਿਰਤ ਥਾਰੋ ਕਰਮ ਰੀ। ਚੰਗਾ ਮਾੜਾ ਕਰਨਾ ਤਾਂ ਇਹ ਕਰਮ ਹੋ ਜਾਂਦਾ ਇਨਸਾਨ ਦਾ, ਇਹ ਤਾਂ ਹੁਣ ਲੇਖ ਪੈ ਗਿਆ ਆਪਣਾ। ਸੋ ਪਰਮੇਸ਼ਰ ਜੀ ਅੰਦਰ ਨਿਮਰਤਾ ਗਰੀਬੀ ਬਹੁਤ। ਗੁਰੂ ਸਾਹਿਬਾਂ ਦੇ ਅੰਦਰ ਬਾਬਾ ਸ੍ਰੀ ਚੰਦ ਜੀ ਨੂੰ ਜਦੋਂ ਮਹਾਰਾਜ ਨੇ ਕਿਹਾ ਸੀ, ਕਹਿੰਦੇ ਦਾੜਾ ਇੰਨਾ ਲੰਮਾ ਵਧਾਇਆ, ਚੌਥੇ ਪਾਤਸ਼ਾਹ ਕਹਿਣ ਲੱਗੇ, ਮਹਾਰਾਜ ਜੀ ਤੁਹਾਡੇ ਚਰਨ ਝਾੜਨ ਵਾਸਤੇ। ਸ੍ਰੀ ਚੰਦ ਜੀ ਦੀਆਂ ਅੱਖਾਂ 'ਚ ਅੱਥਰੂ ਆ ਗਏ। ਕਹਿੰਦੇ ਇਸੇ ਕਰਕੇ ਤਾਂ ਤੁਸੀਂ ਸੋਢੀ ਗੱਦੀ ਲੈ ਕੇ ਸਾਡੇ 'ਚ ਨਿਮਰਤਾ ਨਾ ਆਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮੇਸ਼ਰ ਨੂੰ ਮਿਲਣਾ ਹੋਵੇ ਤਾਂ ਬਹੁਤ ਨੀਵਾਂ ਹੋਣਾ ਪੈਂਦਾ। ਜਾਣਦੇ ਹੋਏ ਵੀ ਅਸੀਂ ਵੱਡੇ ਹਾਂ, ਫਿਰ ਵੀ ਛੋਟਿਆਂ ਦੇ ਸਾਹਮਣੇ ਹੋਰ ਛੋਟਾ ਹੋ ਜਾਣਾ ਇੱਕ ਵੱਡੀ ਦਾਨਾਈ ਹੁੰਦੀ। ਜਿੰਨਾ ਹੀ ਛੋਟਾ ਹੋਵੇ ਉਹਦੇ ਮੂਹਰੇ ਵੀ ਛੋਟਾ ਹੋ ਜਾਣਾ, ਇਹ ਪਰਮੇਸ਼ਰ ਦਾ ਗੁਣ ਹੈ। ਜਬ ਇਹੋ ਹੁਆ ਸਗਲ ਕੀ ਰੀਨਾ, ਤਾਤੇ ਰਮਈਆ ਘਟ ਘਟ ਚੀਨਾ। ਜਦੋਂ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਗਿਆ ਤਾਂ ਹਰੇਕ ਦੇ ਹਿਰਦੇ 'ਚ ਆਪਾਂ ਜਾਣ ਲਿਆ ਉਹਨੂੰ। ਸਹਿਜ ਸੁਹੇਲਾ ਫਲ ਮਸਕੀਨੀ। ਗਰੀਬੀ ਦਾ ਫਲ ਸਹਿਜੇ ਹੀ ਸੁੱਖ ਦੀ ਪ੍ਰਾਪਤੀ ਹੈ। ਨੀਵਾਂ ਹੋ ਕੇ ਸ਼ਾਂਤੀ ਰਹਿੰਦੀ, ਕਿਉਂਕਿ ਗਰੀਬੀ ਧਾਰਨ ਨਾਲ ਸਹਿਜ ਫਲ ਹੁੰਦਾ, ਗਿਆਨ ਫਲ ਦੀ ਪ੍ਰਾਪਤੀ ਹੁੰਦੀ, ਜਿਸ ਗਿਆਨ ਕਰਕੇ ਸਹਿਜੇ ਹੀ ਸੁੱਖ ਪ੍ਰਾਪਤ ਹੁੰਦਾ। ਸਤਿਗੁਰ ਆਪਣਾ ਮੋਹਿ ਦਾਨ ਦੀਨੀ ਰਹਾਉ। ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਜੀ ਤੋਂ 3 ਪਾਈਆ ਗਰੀਬੀ ਲਿਆਂਦੀ। ਉਹਨਾਂ ਨੇ ਗਰੀਬੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਬਖਸ਼ੀ, ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਬਖਸ਼ੀ। ਫਿਰ ਮੈਨੂੰ ਕਹਿੰਦੇ ਗੁਰੂ ਰਾਮਦਾਸ ਜੀ ਨੇ ਗਰੀਬੀ ਬਖਸ਼ਿਸ਼ ਕੀਤੀ ਹੈ, ਨਿਮਰਤਾ ਵਿੱਚ ਆਉਣਾ। ਆਈਆਂ 5ਵੇਂ ਪਾਤਸ਼ਾਹ ਨੇ ਪਿਪਲੀ ਸਾਹਿਬ ਜਾ ਕੇ ਰਾਤ ਨੂੰ ਪਈ ਹੋਈ ਸੰਗਤ ਨੂੰ ਪੱਖਾ ਕੀਤਾ, ਚਰਨ ਝਾੜੇ, ਸੰਗਤ ਦੀ ਮੁੱਠੀ ਚਾਪੀ ਕੀਤੀ, ਸੇਵਾ ਕੀਤੀ ਸੰਗਤ ਦੀ। ਸਤਿਗੁਰੂ ਮਹਾਰਾਜ ਜੀ ਆਪ ਸੇਵਾ ਕਰਦੇ ਨੇ, ਕਿਉਂਕਿ ਅਸੀਂ ਇੱਥੇ ਵੱਡੇ ਬਣਨ ਨਹੀਂ ਆਏ, ਅਸੀਂ ਇੱਥੇ ਛੋਟੇ ਬਣਨ ਆਏ, ਨੀਵੇਂ ਹੋਣਾ। ਸੋ ਮਹਾਰਾਜ ਕਹਿੰਦੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ। ਮਨ ਤੋਂ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ। ਮੁਕਤੀ ਦਾ ਦਰਵਾਜ਼ਾ ਰਾਈ ਦੇ 10ਵੇਂ ਹਿੱਸੇ ਤੋਂ ਵੀ ਛੋਟਾ ਹੈ। ਇਹ ਮਨ ਰੂਪੀ ਹਾਥੀ ਹੰਕਾਰ ਦੀ ਖੁਰਾਕ ਖਰਾ ਕੇ ਬਹੁਤ ਜ਼ਿਆਦਾ ਫੁੱਲਿਆ ਬੈਠਾ, ਉਹਦੇ ਵਿੱਚੋਂ ਲੰਘੇਗਾ ਕਿਵੇਂ। ਸੋ ਮਹਾਰਾਜ ਕਹਿੰਦੇ ਪਹਿਲਾਂ ਆਪਣੇ ਮਨ ਦੇ ਅੰਦਰ ਨਿਮਰਤਾ, ਗਰੀਬੀ, ਸਭ ਦੇ ਚਰਨਾਂ ਦੀ ਧੂੜ ਬਣਨ ਦੀ ਇਹ ਆਦਤ ਬਣਾਓ। ਹਉਮੈ ਨੇ ਸਾਨੂੰ ਖਰਾਬ ਕੀਤਾ, ਹਰੇਕ ਵਿੱਚ ਹਉਮੈ ਆ ਜਾਂਦੀ। ਅੱਜ ਦੇ ਯੁੱਗ ਵਿੱਚ ਜੇ ਦੇਖੀਏ ਤਾਂ ਨਿਮਰਤਾ ਵਾਲਾ ਕੋਈ ਸਿੱਖ ਮਿਲਦਾ। ਉਸ ਬਾਰੇ ਸਤਿਗੁਰੂ ਕਹਿੰਦੇ ਜੋ ਦੀਸੈ ਗੁਰ ਸਿੱਖੜਾ, ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਉਹ ਜੇ ਕੋਈ ਗੁਰਸਿੱਖ ਮਿਲੇ ਬਹੁਤ ਹੀ ਨਿਮਰਤਾ ਵਾਲਾ, ਫਿਰ ਉਹਦੇ ਚਰਨੀ ਲੱਗੀਏ। ਤੁਸੀਂ ਧੰਨ ਹੋ ਜੀ, ਤੁਸੀਂ ਬਹੁਤ ਨਿਮਰਤਾ ਰੱਖਦੇ ਹੋ ਆਪਣੇ 'ਚ। ਵੱਡੇ ਹੋ ਕੇ ਵੀ ਛੋਟੇ ਹੋ ਜਾਣ ਦਾ ਗੁਣ ਪਰਮੇਸ਼ਰ ਵਿੱਚ ਹੈ, ਉਹਦੇ ਪਿਆਰਿਆਂ ਵਿੱਚ ਹੈ, ਸਤਿਗੁਰਾਂ ਵਿੱਚ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੰਨੀ ਨਿਮਰਤਾ ਪਾਲਕੀ ਸਾਹਿਬ ਦੇ 'ਚ ਪੋਥੀਆਂ ਲੈ ਕੇ ਗੋਇੰਦਵਾਲ ਸਾਹਿਬ ਤੋਂ ਆਪ ਨੰਗੇ ਚਰਨੀ ਚੱਲ ਕੇ ਚੌਰ ਸਾਹਿਬ ਕਰਦੇ ਆਉਣਾ, ਫਿਰ ਪਲੰਘ ਦੇ ਉੱਤੇ ਪੋਥੀਆਂ ਬਿਰਾਜਮਾਨ ਕਰਕੇ ਆਪ ਪਲੰਘ ਦੇ ਥੱਲੇ ਸੌਣਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਹਰਿਮੰਦਰ ਸਾਹਿਬ ਦੇ ਵਿੱਚ ਫਿਰ ਸੰਗਤ ਵਿੱਚ ਆਪ ਬੈਠ ਜਾਣਾ। ਤੇ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਸਤਿਗੁਰ ਨੇ। ਧੰਨ ਹੈ ਤੁਸੀਂ ਮਹਾਰਾਜ, ਇੰਨੇ ਵੱਡੇ ਹੋ ਕੇ ਤੁਸੀਂ ਇੰਨੀ ਨਿਮਰਤਾ ਸੰਗਤ ਨੂੰ ਸਿਖਾਉਂਦੇ ਹੋ। ਆਪ ਜੀ ਧੰਨਤਾ ਯੋਗ ਹੋ। ਜਦੋਂ ਪਹਿਲਾਂ ਆਪ ਜੀ ਹਰਿਮੰਦਰ ਸਾਹਿਬ ਬੈਠਿਆ ਕਰਦੇ ਸੀ, ਜਿੱਥੇ ਹੁਣ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ, ਇਹ ਪੱਥਰ ਦੀ ਸੇਵਾ ਤਾਂ ਹਾਲੇ ਬਾਅਦ ਵਿੱਚ ਹੋਈ ਆ। ਉੱਥੇ ਪਹਿਲਾਂ ਸਤਿਗੁਰੂ ਜੀ ਦਾ ਉਹ ਥਾਂ ਸੰਗਤ ਨਾਲੋਂ 1 ਇੰਚ ਨੀਵਾਂ ਰੱਖਿਆ ਹੋਇਆ ਸੀ। ਸੰਗਤ ਤੋਂ ਅਸੀਂ ਨੀਵੇਂ ਬਹਿਣਾ, ਆਪ ਨੀਵੇਂ ਬੈਠਣਾ, ਕਿਉਂਕਿ ਮਾਂ-ਬਾਪ ਜਦੋਂ ਆਪ ਮਿੱਠਾ ਬੋਲਦੇ, ਨਿਮ ਚੱਲਦੇ, ਤਾਂ ਬੱਚੇ 'ਚ ਵੀ ਉਹੀ ਗੁਣ ਪੈਦਾ ਹੋ ਜਾਂਦੇ ਨੇ।
ਸੋ ਸਿਆਣੇ ਕਹਿੰਦੇ ਨੇ ਬੱਚਾ ਖੂਹ ਦੀ ਆਵਾਜ਼ ਹੁੰਦਾ, ਖੂਹ ਵਿੱਚ ਜੋ ਬੋਲੋ ਉਹੀ ਆਵਾਜ਼ ਵਾਪਸ ਆਉਂਦੀ। ਜੇ ਆਪਾਂ ਬਚਪਨ ਤੋਂ ਹੀ ਬੱਚੇ ਨੂੰ ਆਓ ਜੀ, ਬੈਠੋ ਜੀ, ਵਾਹਿਗੁਰੂ ਜੀ, ਉਹ ਬੱਚਾ ਉਵੇਂ ਹੀ ਸਿੱਖ ਜਾਂਦਾ। ਜੇ ਆਪਾਂ ਕਹੀਏ ਗਾਲਾਂ ਕੱਢ ਕੇ ਉਹ ਇੱਧਰ ਆਓ ਐਂ ਕਰੋ, ਫਿਰ ਬੱਚੇ ਦੀ ਆਦਤ ਉਹੀ ਜਿਹੀ ਬਣ ਜਾਂਦੀ। ਸਤਿਗੁਰੂ ਸਾਡੇ ਮਾਤਾ ਪਿਤਾ ਨੇ, ਮਾਤਾ ਪਿਤਾ ਹੋਣ ਕਰਕੇ ਸਤਿਗੁਰੂ ਸਾਨੂੰ ਬਹੁਤ ਨਿਮਰਤਾ ਸਿਖਾਉਂਦੇ ਨੇ। ਪਰ ਜੇ ਕੋਈ ਸੰਗਤ ਵਿੱਚ ਬੈਠ ਕੇ ਨਿਮਰਤਾ ਸਿੱਖੇ, ਸੰਗਤ ਵਿੱਚ ਬਹਿਣਾ ਹੀ ਨਿਮਰਤਾ ਦਾ ਪ੍ਰਤੀਕ ਹੁੰਦਾ। ਗੁਰਮੁਖ ਬੈਸੋ ਸਫਾ ਵਿਛਾਏ, ਜਿਹੜਾ ਸੰਗਤ ਵਿੱਚ ਨਹੀਂ ਬਹਿੰਦਾ ਉਹਦੇ ਮਤਲਬ ਕਿ ਹੰਕਾਰ ਅੰਦਰ ਹੈ, ਨਿਮਰਤਾ ਨਹੀਂ ਹੈ। ਇਹੀ ਚੀਜ਼ ਇੱਕ ਦੇਖਣ ਵਾਲੀ ਹੁੰਦੀ ਹੈ। ਇੱਕੋ ਹੀ ਥਾਂ ਤੇ ਇੱਕੋ ਹੀ ਰੂਪ ਦੇ ਵਿੱਚ ਸਾਰੀ ਸੰਗਤ ਨੂੰ ਬੈਠਣ ਦਾ ਹੁਕਮ ਹੈ। ਜਬ ਕਿਸ ਕਾ ਇਹੋ ਜਾਨ ਸੰਬੰਧਾ, ਤਬ ਸਗਲੇ ਇਸ ਮੇਲ ਹੈ ਫੰਦਾ। ਜਿਸ ਵੇਲੇ ਜੀਵ ਕਿਸੇ ਨੂੰ ਭੈੜਾ ਜਾਣਦਾ ਵੀ ਫਲਾਨਾ ਤਾਂ ਮੰਦਾ, ਫਲਾਨਾ ਮਾੜਾ, ਫਲਾਨਾ ਚੰਗਾ ਨਹੀਂ, ਆਪਣੇ ਆਪ ਨੂੰ ਹਮੇਸ਼ਾ ਹੀ ਚੰਗਾ ਕਹਿੰਦਾ ਰਹਿੰਦਾ, ਦੂਜਿਆਂ ਨੂੰ ਮਾੜਾ ਕਹਿੰਦਾ ਰਹਿੰਦਾ, ਇਹ ਗੱਲ ਪਰਮੇਸ਼ਰ ਨੂੰ ਚੰਗੀ ਨਹੀਂ ਲੱਗਦੀ। ਪਰਮੇਸ਼ਰ ਕਹਿੰਦੇ ਉਹ ਵੀ ਤਾਂ ਮੈਂ ਹੀ ਬਣਾਏ ਨੇ, ਇਹਨੂੰ ਤੂੰ ਮਾੜਾ ਕਹਿਣਾ। ਹੈ ਤਾਂ ਸਾਰਿਆਂ 'ਚ ਆਤਮਾ ਹੀ, ਹਰੇਕ ਵਿੱਚ ਉਹ ਆਪ ਹੀ ਬੈਠੇ ਨੇ। ਆਤਮ ਸਨਮਾਨ ਕਰਨਾ ਇੱਕ ਅਲੱਗ ਜਿਹੀ ਗੱਲ ਹੁੰਦੀ। ਸੋ ਇਹ ਬੜੀ ਵੱਡੀ ਚੀਜ਼ ਹੈ। ਆਏ ਬੰਦੇ ਦਾ, ਚਾਹੇ ਉਹ ਗਰੀਬ ਹੈ ਅਮੀਰ ਹੈ, ਕੋਈ ਮਨੁੱਖ ਹੈ, ਹਰੇਕ ਦੇ ਅੰਦਰ ਆਤਮਾ ਹੈ। ਇਹ ਗੱਲ ਰਹੀ ਗੁਰੂ ਸਾਹਿਬਾਂ ਵਿੱਚ ਸਤਿਕਾਰ ਕਰਨ ਦੀ, ਪੁਰਾਣੇ ਅਵਤਾਰਾਂ ਵਿੱਚੋਂ ਮਿਲਦੀ ਹੈ। ਸੋ ਇਸ ਤਰ੍ਹਾਂ ਕੋਈ ਵੀ ਆਵੇ ਉਹਦਾ ਸਤਿਕਾਰ ਕਰਨਾ ਆਤਮਾ ਜਾਣ ਕੇ। ਤਾਈਓ ਬ੍ਰਹਮ ਗਿਆਨੀ ਚਾਹੇ ਕੋਈ ਵੀ ਹੋਵੇ, ਕੈਸਾ ਵੀ ਹੋਵੇ, ਉਹਦਾ ਸਤਿਕਾਰ ਕਰਦੇ ਨੇ। ਉਹ ਨਹੀਂ ਦੇਖਦੇ ਕਿ ਬੰਦਾ ਕੌਣ ਹੈ, ਉਹਨਾਂ ਦੇਖਣਾ ਇਹਦੇ ਅੰਦਰ ਆਤਮਾ ਹੈ। ਤੇ ਮਨੁੱਖਾ ਜਨਮ ਕਿਤੇ ਛੋਟੀ ਜਿਹੀ ਗੱਲ ਨਹੀਂ ਹੈ। ਮਨੁੱਖਾ ਜਨਮ ਜਦੋਂ ਮਿਲਦਾ ਇਨਸਾਨ ਨੂੰ ਤਾਂ ਉਹ ਭਾਗਾਂ ਵਾਲਾ ਹੁੰਦਾ। ਉਹਦੀ ਵੱਖਰੀ ਗੱਲ ਹੈ ਕਿ ਉਹਨੇ ਉਹ ਖਰਾਬ ਕਰ ਲਿਆ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਹਰੇਕ ਦਾ ਸਨਮਾਨ ਕਰਨਾ ਸਾਡਾ ਕਰਮ ਹੈ। ਜਦੋਂ ਇਹ ਦੂਜਿਆਂ ਨੂੰ ਭੈੜਾ ਜਾਣਦਾ, ਉਸ ਵੇਲੇ ਸਾਰੇ ਜੀਵ ਇਹਦੇ ਗਲ ਵਿੱਚ ਫਾਹਾ ਪਾ ਲੈਂਦੇ ਨੇ, ਇਹਦਾ ਬੁਰਾ ਚਿਤਵਦੇ ਨੇ। ਕਿਉਂਕਿ ਅਸੀਂ ਦੂਜੇ ਨੂੰ ਮੰਦਾ ਕਹਿੰਦੇ ਹਾਂ ਤਾਂ ਵਾਈਬ੍ਰੇਸ਼ਨ ਹੁੰਦੀਆਂ ਨੇ, ਇਹ ਦੂਜੇ ਦੇ ਮਨ 'ਚ ਚਲੀਆਂ ਜਾਂਦੀਆਂ ਨੇ। ਅਸੀਂ ਕਿਸੇ ਨੂੰ ਪਿਆਰ ਨਾਲ ਦੇਖਦੇ ਹਾਂ ਤਾਂ ਉਹ ਸਾਨੂੰ ਪਿਆਰ ਨਾਲ ਦੇਖਦਾ, ਅਸੀਂ ਕਿਸੇ ਨੂੰ ਨਫ਼ਰਤ ਨਾਲ ਦੇਖਦੇ ਹਾਂ ਸਾਨੂੰ ਨਫ਼ਰਤ ਨਾਲ ਦੇਖਦਾ। ਸੋ ਜਿਵੇਂ ਕੋਈ ਰਾਜਾ ਸੀ, ਉਹ ਬਿਮਾਰ ਹੋ ਗਿਆ। ਰਾਜਾ ਬਹੁਤ ਹੀ ਧਰਮਾਤਮਾ ਸੀ, ਚੰਗਾ ਸੀ ਬਹੁਤ। ਇੱਕ ਬਾਜ਼ਾਰ ਵਿੱਚ ਬੜਾ ਵੱਡਾ ਵਪਾਰੀ ਸੀ ਚੰਦਨ ਦੀਆਂ ਲੱਕੜਾਂ ਦਾ। ਉਹਨੇ ਸੋਚਿਆ ਵੀ ਹੁਣ ਰਾਜਾ ਬਿਮਾਰ ਹੈ, ਹੁਣ ਇਹ ਮਰੂਗਾ। ਜਦੋਂ ਇਹ ਮਰੂਗਾ ਤਾਂ ਮੇਰੀਆਂ ਚੰਦਨ ਦੀਆਂ ਲੱਕੜਾਂ ਇੰਨੀਆਂ ਵਿਕਣਗੀਆਂ, ਮੈਨੂੰ ਇੰਨਾ ਫਾਇਦਾ ਹੋ ਜਾਊਗਾ। ਕੁਦਰਤੀ ਉਹ ਰਾਜਾ ਠੀਕ ਹੋ ਗਿਆ। ਰਾਜਾ ਘੋੜੇ ਤੇ ਚੜ੍ਹ ਕੇ ਜੋ ਬਾਜ਼ਾਰ ਵਿੱਚ ਹੀ ਲੰਘ ਰਿਹਾ ਸੀ, ਉਹ ਸੌਦਾਗਰ ਦੀ ਦੁਕਾਨ ਅੱਗੇ ਖੜ੍ਹ ਕੇ, ਜਿਹੜਾ ਚੰਦਨ ਦਾ ਵਪਾਰੀ ਸੀ, ਵਜ਼ੀਰ ਨੂੰ ਕਹਿੰਦਾ ਇਹ ਦੁਕਾਨ ਥੋੜ੍ਹੀ ਜਿਹੀ ਬਾਜ਼ਾਰ ਵਿੱਚ ਅੱਗੇ ਜਿਹਨੂੰ ਹੈ, ਇਹ ਸਾਰੀ ਢਹਾ ਦਿਓ। ਉਸ ਵਕਤ ਵਜ਼ੀਰ ਨੇ ਸੋਚਿਆ ਕਿ ਰਾਜਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਪਤਾ ਨਹੀਂ ਇਹ ਬੰਦੇ ਦੇ ਮਨ 'ਚ ਕੋਈ ਮਾੜੀ ਗੱਲ ਆ ਗਈ ਹੋਣੀ। ਵਜ਼ੀਰ ਜਾ ਕੇ ਉੱਥੇ ਮਿਲਿਆ ਉਸ ਚੰਦਨ ਦੀ ਲੱਕੜੀ ਦੇ ਵਪਾਰੀ ਨੂੰ। ਕਹਿੰਦੇ ਤੂੰ ਕਦੇ ਰਾਜੇ ਬਾਰੇ ਮਾੜਾ ਸੋਚਿਆ? ਕਹਿੰਦੇ ਨਹੀਂ ਜੀ। ਕਹਿੰਦੇ ਕੁਛ ਤਾਂ ਸੋਚਿਆ ਹੋਵੇਗਾ। ਕਹਿੰਦੇ ਜੀ ਜਦੋਂ ਬਿਮਾਰ ਸੀ ਮੈਂ ਇੰਨਾ ਸੋਚਿਆ ਸੀ ਵੀ ਉਹ ਰਾਜਾ ਜੇ ਮਰੂਗਾ ਤਾਂ ਮੇਰੀ ਲੱਕੜਾਂ ਵਿਕਣਗੀਆਂ। ਕਹਿੰਦੇ ਹੁਣ ਰਾਜੇ ਨੇ ਹੁਕਮ ਪਤਾ ਕੀ ਦਿੱਤਾ ਵੀ ਇਹ ਬੰਦੇ ਦੀ ਦੁਕਾਨ ਢਹਾ ਦਿਓ। ਉਹ ਘਬਰਾ ਗਿਆ ਬੰਦਾ। ਕਹਿੰਦਾ ਤੂੰ ਰਾਜੇ ਬਾਰੇ ਇਹ ਸੋਚ ਕੇ ਰਾਜਾ ਜੁਗ ਜੁਗ ਜੀਵੇ ਤੇ ਪ੍ਰਜਾ ਦੀ ਸੇਵਾ ਕਰੇ, ਉਹਦੇ ਮਰਨ ਦਾ ਨਾ ਚਿਤਵ। ਜਦੋਂ ਉਹਨੇ ਆਪਣਾ ਮਨ ਸ਼ੁੱਧ ਕੀਤਾ ਦੁਕਾਨਦਾਰ ਨੇ ਵੀ ਠੀਕ ਹੈ ਜੀ ਰਾਜਾ ਜੀ ਜਿਉਂਦੇ ਰਹਿਣ। ਵਜ਼ੀਰ ਗਿਆ ਰਾਜੇ ਕੋਲੇ। ਰਾਜਾ ਕਹਿਣ ਲੱਗਿਆ ਉਹ ਜਿਹੜੀ ਦੁਕਾਨ ਢਾਉਣ ਨੂੰ ਕਿਹਾ ਸੀ ਢਾਹ ਤਾਂ ਨਹੀਂ ਦਿੱਤੀ? ਕਹਿੰਦੇ ਨਹੀਂ ਢਾਹੀ ਨਹੀਂ ਜੀ। ਕਹਿੰਦੇ ਢਾਇਓ ਨਾ ਹੈ, ਬਸ ਪਤਾ ਨਹੀਂ ਮੇਰਾ ਖਿਆਲ ਕਿੱਦਾਂ ਬਣ ਗਿਆ, ਐਵੇਂ ਵਿਚਾਰੇ ਦਾ ਖਰਚਾ ਹੋਇਆ ਹੋਇਆ, ਫਿਰ ਰਹਿਣ ਦਿਓ। ਸੋ ਇਹ ਇੱਕ ਮਨ ਦੀਆਂ ਵਾਈਬ੍ਰੇਸ਼ਨ ਹੁੰਦੀਆਂ। ਹੁਣ ਸਾਇੰਸ ਨੇ ਇੱਕ ਖੋਜ ਕੀਤੀ ਹੈ, ਜਦੋਂ ਸਮੁੰਦਰ ਦੇ ਥੱਲੇ ਜਾ ਕੇ ਕਈ ਮੀਲਾਂ ਤੱਕ ਡੂੰਘੇ ਰਿਸਰਚ ਸੈਂਟਰ ਹੈ ਜਿਹੜਾ, ਜਿੱਥੇ ਕੋਈ ਵੀ ਅਸਮਾਨ ਦੇ ਉੱਤੇ ਉੜੀ ਕੋਈ ਚੀਜ਼ ਸੈਟੇਲਾਈਟ ਰਾਹੀਂ ਜਾਂ ਕਿਸੇ ਚੀਜ਼ ਰਾਹੀਂ ਉੱਥੋਂ ਦੀ ਵਾਈਬ੍ਰੇਸ਼ਨ ਨੂੰ ਕੋਈ ਚੀਜ਼ ਫੜ ਨਹੀਂ ਸਕਦੀ, ਇੰਨੀ ਡੂੰਘਾਈ ਵਿੱਚ ਉਹ ਪ੍ਰਯੋਗਸ਼ਾਲਾ ਬਣੀ ਹੈ। ਪਰ ਇਹਨਾਂ ਨੇ ਕੀ ਕੀਤਾ,
सो चूही उपर सी ते चूही दे बच्चे उस प्रयोगशाला विच लगाए कई किलोमीटर थल्ले। इन्हां ने चैक किया, चूही का एक बच्चा मार दिता ते इधर चूही दे दिल की धड़कन एकदम बहुत ज़्यादा वध गई। जदों दूजा बच्चा मारिया फिर धड़कन वधी। सिर्फ ये एक चीज़ है, वैबरेशन। माँ का पुत भावें माँ इत्थे बैठी, पुत इंडिया बैठा, उत्थे सट लग जे, भुख लगी होवे, माँ नूं इत्थे फीलिंग हो जाती है। एक माँ का दिल है जिहड़ा इन्नी दूर की फीलिंग लैंदा। खून का रिश्ता है, जदों किते अपने रिश्तेदार नूं कोई मुसीबत हुंदी तां आपां नूं बेचैनी जी हो जाती। फिर उन्होंने कहीदा घरे फोन करके देख, या कोई तेरे रिश्तेदार नूं तंगी। खून दे विच ये चीज़ है अपने च, जां जिथे दिल मिले होण आपस विच प्यार हुंदा। भी कोई दोस्त है अपना, कोई मित्र है, कोई होर है, कोई जां सत्संगियां विच ये चीज़ हुंदी है। कोई तंग होया किते तां जां ये चीज़ फिर वड्डे तौर ते परमात्मा च है, सतगुरु च है। सो सतगुरु महाराज सच्चे पातशाह अपने उत्ते दुख झल लैंदे ने। गुरु नानक देव जी महाराज की चरण चापी हो रही दोपहर के समय, गुरु अंगद देव जी सेवा करते और पिंजनियां दे विचों लत्तां विचों खून निकलदा तुरिया जा रहा। महाराज जी तुसीं तां किते अज गए भी नहीं, ये कंडियां जिवें झरीटां पईयां हुंदियां, खून निकलदा। सतगुरु महाराज कहण लगे, भाई लहणा कोई सिख सोहले का पाठ करदा, बकरियां चारदा, भेडां चारदा, कंडियां दे विच दी लंघ रहा है। ਉਹਦੀ ਸੁਰਤੀ बिल्कुल बाणी च जुड़ी होण करके, साडे च ध्यान होण करके ਉਹਨੂੰ कंडे चुभ रहे ने, लत्तां नूं ਵੱਜ भी रहे ने, पर ਉਹਨੂੰ प्रतीत ही नहीं हो रहे ਉਹ कंडे मैनूं लग रहे ने आ के। सतगुरु की फीलिंग इन्नी वड्डी हुंदी है। संतन दुख पाए ते दुखी, सुख पाए साधन के सुखी। सो इस करके सतगुरु महाराज कहते जदों आपां किसी का माड़ा चितवदे आ तां बई अपना भी माड़ा हो जाता। पर का बुरा ना राखो चीत, तुमको दुख नहीं भाई मीत। हुण जिहड़े इस सिद्धांत उत्ते जे सारी दुनिया ही खड़ी हो जाए, फिर लड़ाई झगड़े खत्म ही हो जाण सारे, पर इस सिद्धांत उत्ते कोई भी नहीं आउंदा। अज सारी दुनिया ही एक दूजे का माड़ा ही सोची जाती, माड़ा ही सोची जाती है। जदों आपां किसी का माड़ा सोचते हैं फिर वो अपना माड़ा सोचदा। जे आपां गुरु साहबां दे हुक्म अनुसार चलीए, नानक नाम चढ़दी कला तेरे भाणे सरबत दा भला, जे सारी दुनिया ही इत्थे खड़े तां फिर कोई किसी का बुरा नहीं सोचदा। बुरियां भावनावां ही सानूं बुरे पासे लै जांदियां ने। मेर तेर जब इन्हें चुकाई, तांते इस संग नहीं बैराई। जिस वेले इस जीव ने मेर तेर चुकाई तो भाव दूर कर दिती, उस वेले जीव दे नाल कोई भी वैर नहीं करता। वैर हुंदा ही मेर तेर तो आरंभ है। ये मेरी चीज़ है, इहनूं क्यों हथ लाया, तू कौन हुन्ना, ये तेरी चीज़ मैं क्यों रखा, इत्थे चक के लै जा अपनी। भाई इत्थों ही सारी लड़ाई दुनिया की इत्थों ही हुंदी है। ये मेरी है, ये तेरी है। मेर ते तेर जदों खत्म कर दिती तो वैर दूर हो गया। माड़ी जी गल पिछे घरां च लड़ाई, इत्थे मेरा दुध पिया सी, वो तो मैं पी लिया, तू क्यों पीता, दे डांगो डांगे, उत्थे ही चल पैंदा काम। लो जी इन्नी गल ही सी, बस इन्ना ही त्याग मन च। कोई किसी चीज़ चुक के खा जाता, नाले कहंदे आखे दाने दाने ते मोहर लगी हुई। सिੱਖੀ दूजे नूं सुणाउण नूं आ कि जां कमाउण नूं आ। आपां एक दूजे नूं सिੱਖੀ सुणाउण च बड़े तत्पर रहने आ। सिੱਖੀ हुंदी पत्ते पत्ते ते पत्ता नहीं हिलदा हुक्म बिना, दाने दाने ते मोहर लगी हुई, ते जदों वरतदी है उदों कहणगे तूं क्यों पीता, आ क्यों पीता। सिੱਖੀ नूं कमाउणा बहुत औखा ते सुणाउणा बड़ा सौखा है। जब इन अपनी अपनी धारी, तब इसको है मुश्किल भारी। जिस वेले ने अपनी माया अपनी विभूति धारण की, ये मेरी है, उस वेले बड़ी भारी मुश्किलता का सामना करना हुंदा। अपनी जेब विच पैसा, नियाणे कहणगे मैनूं पैसे दे दो, आपां उहनूं थोड़े जे पैसे फड़ा दिते ने, लो हुण वापस लैके दिखाओ। क्योंकि कड़क करदे जदों उहदे हत्थ ते नोट टिकदा मेरा, चलो हो गया उहदा, हुण नहीं लै सकदे। इसे तरह जदों अपने कोल कोई भी चीज़ जिंदगी च आई है, ये मेरा है, मुड़ के नहीं आपां उहनूं कह सकदे कि किहदा है। उदों मुश्किल भारी खड़ी हो जाती इंसान नूं, ये मेरी है मेरी। क्योंकि सतगुरु कहते मेर छड्डनी पैंदी चीज़ तो। इंसान मेर नहीं छड्डदा अपनी।
ਜਿਵੇਂ ਗੁਰੂ ਘਰਾਂ ਦੇ ਵਿੱਚ ਵੀ ਆਮ ਤੌਰ ਤੇ ਪੰਜਾਬ ਦੇ ਵਿੱਚ ਬਾਹਲਾ ਦੇਖਿਆ, ਪੱਖਾ ਦਾਨ ਕੀਤਾ, ਉਹਦੇ ਉੱਤੇ ਲਿਖਿਆ ਹੋਇਆ ਇਹ ਪੱਖਾ ਫਲਾਣੇ ਨੇ ਦਾਨ ਕੀਤਾ, ਪੈਸੇ ਦਾਨ ਕੀਤੇ ਲਿਖੇ ਹੋਏ ਨੇ, ਹਰੇਕ ਚੀਜ਼ ਲਿਖੀ ਜਾਂਦੀ ਹੈ, ਮੇਰਾ ਨਾਮ ਬੋਲੋ, ਅਖਬਾਰ 'ਚ ਦਿਓ। ਤਾਂ ਇਹ ਜਿਹੜਾ ਮੇਰ ਹੈ, ਇਹ ਮੇਰ ਦਾ ਛੱਡਣਾ ਸੀ ਆਪਾਂ ਨੇ, ਤਿਆਗ ਦਾ ਵੀ ਤਿਆਗ ਕਰਨਾ ਸੀ। ਕਬੀਰ ਮਾਇਆ ਤਜੀ ਤਉ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ। ਦਾਨ ਕਰਕੇ ਵੀ ਉਹਦੇ ਉੱਤੇ ਮੇਰ ਹੈ ਤਾਂ ਫਿਰ ਕਾਹਦਾ ਦਾਨ ਹੈ। ਸਤਿਗੁਰੂ ਕਹਿੰਦੇ ਜਾਵੇ ਨ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਲ ਭਾਰੀ। ਛੱਡ ਦੇ ਮੇਰ ਛੱਡ ਦੇ, ਮੇਰਾ ਹੈ ਹੀ ਨਹੀਂ ਸੀ ਇਹ, ਬਸ ਫਿਰ ਸੁਖੀ ਹੋ ਜਾਂਦਾ ਮਨ। ਜਬ ਇਨ ਕਰਨਾ ਹਾਰ ਪਛਾਤਾ, ਤਬ ਇਸਨੋਂ ਨਾਹੀ ਕਿਛ ਤਾਤਾ। ਜਦੋਂ ਇਹਨੇ ਕਰਨਾ ਹਾਰ ਪ੍ਰਮਾਤਮਾ ਨੂੰ ਹੀ ਪਛਾਣ ਲਿਆ, ਉਦੋਂ ਇਹਨੂੰ ਕਿਸੇ ਕਿਸਮ ਦੀ ਕੁਝ ਤਾਤਾ ਹੁੰਦੀ ਇੱਛਾ ਨਹੀਂ ਰਹਿੰਦੀ, ਤਾਤਾ ਹੁੰਦਾ ਸਾੜਾ ਨਹੀਂ ਰਹਿੰਦਾ, ਤਾਤੀ ਵਾਉ ਨਾ ਲੱਗਈ। ਜਬ ਇਨ ਆਪਣੋ ਬਾਧਿਓ ਮੋਹਾ, ਆਵੈ ਜਾਏ ਸਦਾ ਜਮ ਜੋਹਾ। ਜਦ ਇਸ ਜੀਵ ਨੇ ਆਪਣੇ ਆਪ ਨੂੰ ਮੋਹ ਵਿੱਚ ਬੰਨ੍ਹ ਲਿਆ, ਇਹ ਮੇਰਾ ਹੈ, ਉਦੋਂ ਹੀ ਇਹਨੂੰ ਜਮਾਂ ਦੀ ਤਾੜ ਹੁੰਦੀ। ਜਮਦੂਤ ਤਾੜ ਹੇਠ ਆ ਜਾਂਦਾ, ਉਹਦੀ ਹੇਠ ਫਿਰ ਤੱਕਣਾ ਸ਼ੁਰੂ ਕਰ ਦਿੰਦਾ ਜਮਦੂਤ। ਸਦਾ ਆਉਂਦਾ ਜਾਂਦਾ ਤੇ ਜਮ ਇਹਨੂੰ ਜੋਹਾ ਤੋਂ ਭਾਵ ਦੇਖਦਾ ਰਹਿੰਦਾ। ਕਈ ਥਾਈਂ ਜਾਂਦੇ ਆਪਾਂ, ਚੀਜ਼ਾਂ ਹੁੰਦੀਆਂ ਨੇ ਉੱਥੇ ਵੀ ਖੇਡੋ ਮੱਲੋ, ਲੋਕੀ ਕੋਈ ਵੀ ਉਦਾਹਰਨ ਲੈ ਲਓ, ਜੇ ਜਿੰਮ ਦੇ ਵਿੱਚ ਜਾਂਦੇ ਲੋਕੀ, ਉੱਥੇ ਮਸ਼ੀਨਾਂ ਹੀ, ਅਗਲਾ ਕਹੇ ਮੈਂ ਇਹ ਮਸ਼ੀਨ ਤੇ ਖੇਡਿਆ, ਮੈਂ ਘਰ ਹੀ ਲੈ ਜਾਣੀ ਚੱਕ ਕੇ, ਉਹ ਤਾਂ ਮਾੜੀ ਗੱਲ ਹੈ। ਦੁਨੀਆ ਦੀ ਹਰ ਚੀਜ਼ ਸਾਡੇ ਲਈ ਪਰਮਾਤਮਾ ਨੇ ਬਖਸ਼ੀ ਹੈ, ਪਰ ਇਹ ਚੁੱਕਣ ਲਈ ਨਹੀਂ ਹਨ, ਮੇਰ ਕਰਨ ਵਾਸਤੇ ਨਹੀਂ ਹਨ, ਮੋਹ ਵਾਸਤੇ ਨਹੀਂ ਹਨ। ਇਹਨਾਂ ਦਾ ਮੋਹ ਤਿਆਗ ਕੇ ਹੀ ਆਪਾਂ ਸੁਖੀ ਰਹਿ ਸਕਦੇ। ਮੇਰ ਨੂੰ ਛੱਡ ਕੇ ਸੁਖੀ ਰਿਹਾ ਜਾ ਸਕਦਾ। ਕਿਸੇ ਚੀਜ਼ ਪਿੱਛੇ ਝਗੜਾ ਖੜਾ ਹੋ ਗਿਆ, ਸਿਆਣਾ ਬੰਦਾ ਕਹਿੰਦਾ ਚੱਲ ਮੇਰ ਹੀ ਛੱਡੋ, ਇਹ ਤਾਂ ਹੈ ਹੀ ਨਹੀਂ ਮੇਰੀ, ਜਾਂ ਤੂੰ ਹੀ ਰੱਖ ਲੈ, ਉੱਥੇ ਲੜਾਈ ਖਤਮ ਹੋ ਜਾਂਦੀ ਹੈ। ਜਦੋਂ ਉਹਦੇ ਵਿੱਚ ਮੇਰ ਹੈ, ਤੇਰ ਹੈ, ਤਾਂ ਲੜਾਈ ਸ਼ੁਰੂ ਹੋ ਜਾਂਦੀ ਹੈ। ਇਹ ਸਾਡੀ ਥਾਂ ਹੈ, ਇਹ ਸਾਡੀ ਥਾਂ ਹੈ ਕਰਕੇ ਲੜ ਪਏ, ਉੱਥੇ ਦੋਨੋਂ ਮਰ ਗਏ, ਹੈ ਕਿਸੇ ਦੀ ਵੀ ਨਹੀਂ। ਤੋ ਜਿਵੇਂ 4 ਜਣਿਆਂ ਨੇ ਚੋਰੀਆਂ ਕੀਤੀਆਂ, ਬਹੁਤ ਧਨ ਲੁੱਟ ਕੇ ਜੰਗਲ ਵਿੱਚ ਵੰਡਣ ਬੈਠ ਕੇ, ਕਹਿੰਦੇ ਵੀ ਭੁੱਖ ਲੱਗੀ, ਪਹਿਲਾਂ ਕੋਈ ਖਾ ਪੀ ਵੀ ਲਈਏ ਫਿਰ ਹਿੱਸੇ ਪਾਉਣੇ। 2 ਜਣੇ ਸ਼ਹਿਰ ਨੂੰ ਚਲੇ ਗਏ ਕਿ ਕੁਝ ਲੈ ਕੇ ਆਉਣੇ। ਸ਼ਹਿਰ ਜਾ ਕੇ ਉਹਨਾਂ ਰੋਟੀ ਖਾ ਲਈ, ਉੱਥੇ ਹੀ ਮਠਿਆਈਆਂ ਲੈ ਕੇ ਉਹ 'ਚ ਜ਼ਹਿਰ ਪਾ ਲਈ। ਕਹਿੰਦੇ ਉਹ ਦੋਨਾਂ ਨੂੰ ਆਪਾਂ ਮਠਿਆਈ ਖਵਾ ਦੇ, ਮਰ ਜਾਣਗੇ, ਫਿਰ 2 ਹਿੱਸੇ ਹੋਣਗੇ ਆਪਣੇ। ਉਧਰੋਂ ਉਹ ਕਹਿੰਦੇ ਆਪਾਂ ਐਂ ਕਰੀਏ, ਉਹਨਾਂ ਨੇ ਆਪਣੇ ਖਾਣ ਨੂੰ ਤਾਂ ਕੁਝ ਲੈ ਹੀ ਆਉਣਾ, ਕੁਹਾੜੇ ਤਿੱਖੇ ਕਰ ਲਏ, ਕਹਿੰਦੇ ਆਉਂਦੀ ਵੜ ਦਈਏ ਦੋਨਾਂ ਨੂੰ, ਤੇ ਆਪਾਂ ਫਿਰ ਉਹ ਜਿਹੜੀ 2 ਹਿੱਸੇ ਆਪਣੇ ਹੋਏ, ਉਹ 2 ਬੇਈਮਾਨ ਉਧਰ ਹੋ ਗਏ, 2 ਉਧਰ ਹੋ ਗਏ। ਉਹਨਾਂ ਨੇ ਆਉਂਦਿਆਂ ਸਾਰ ਜਦੋਂ ਥੱਲੇ ਮਠਿਆਈ ਰੱਖੀ, ਇੱਕ ਕੁਹਾੜਾ ਮਾਰਿਆ, ਮਾਰ ਦਿੱਤੇ। ਮੁੜ ਕੇ ਫਿਰ ਆਪ ਚੁੱਕ ਕੇ ਖਾਣ ਲੱਗੇ ਮਠਿਆਈ, ਤੇ ਉਹ ਵੀ ਮਰ ਗਏ। ਉਹਨਾਂ ਜ਼ਹਿਰ ਪਾਈ, 4 ਹੀ ਮਰ ਗਏ, ਤੇ ਉਹ ਮਾਇਆ ਉੱਥੇ ਪਈ। ਜ਼ਮੀਨ ਪਿੱਛੇ ਜਿੰਨੇ ਰੌਲੇ ਪਏ ਨੇ ਅੱਜ ਤੱਕ, ਉਹ ਜ਼ਮੀਨ ਤਾਂ ਉੱਥੇ ਹੀ ਪਈ। ਕੈਰਵਾਂ ਪਾਂਡਵਾਂ ਦਾ ਜੰਗ ਹੋਇਆ ਸੀ, ਕੁਰੂਕਸ਼ੇਤਰ ਤਾਂ ਉੱਥੇ ਹੀ ਹੈ, ਉਹ ਕਿੱਧਰ ਹੈ? ਜਿਹਦੇ ਪਿੱਛੇ ਵੀ ਜੰਗ ਹੋਇਆ ਹੈ, ਉਹ ਤਾਂ ਉੱਥੇ ਹੀ ਹੈ, ਉਹ ਥਾਂ ਤਾਂ ਉੱਥੇ ਹੀ ਆ, ਪਰ ਲੜਾਈ ਹੋ ਕੇ ਉਹ ਮਰ ਹੋ ਗਏ। ਇਹ ਅਗਿਆਨਤਾ ਹੈ। ਮਹਾਰਾਜ ਕਹਿੰਦੇ ਜਦੋਂ ਤੱਕ ਆਪਾਂ ਮੋਹ ਬੰਨ੍ਹਦੇ ਹਾਂ ਆਪਣਾ, ਤਾਂ ਮੋਹ ਕਰਕੇ ਹੀ ਪਰੇਸ਼ਾਨ ਹੁੰਦਾ ਇਨਸਾਨ। ਜਬ ਇਸ ਤੇ ਸਭ ਬਿਨਸੇ ਭਰਮਾ, ਭੇਦ ਨਾਹੀ ਹੈ ਪਾਰ ਬ੍ਰਹਮਾ। ਜਿਸ ਵੇਲੇ ਇਹਦੇ ਹਿਰਦੇ 'ਚੋਂ ਸਾਰੇ ਭਰਮ ਨਾਸ ਹੋ ਗਏ, ਬ੍ਰਹਮ ਦ੍ਰਿਸ਼ਟੀ ਬਣ ਗਈ ਬੰਦਗੀ ਕਰਨ ਨਾਲ, ਉਸ ਵੇਲੇ ਇਸ ਵਿੱਚ ਪਾਰ ਬ੍ਰਹਮ ਤੇ ਇਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਇਹ ਇੱਕੋ ਜਿਹੇ ਹੋ ਜਾਂਦੇ ਦੋਵੇਂ ਜਾਣੇ। ਉਹਦੇ ਵਿੱਚ ਲੀਨ ਹੋਣਾ ਆਪਾਂ ਨੇ, ਉਹਦੀ ਰਜਾ ਵਿੱਚ ਚੱਲ ਕੇ। ਮੈਂ ਕਹਿੰਦਾ ਵੀ ਧੁੱਪ ਨਹੀਂ ਹੋਣੀ ਚਾਹੀਦੀ ਬਾਹਰ, ਰੱਬ ਕਹਿੰਦਾ ਧੁੱਪ ਹੋਣੀ ਚਾਹੀਦੀ ਹੈ। ਅਸੀਂ ਦੋਨੋਂ ਜਾਣੇ ਆਪਸ ਵਿੱਚ ਫਰਕ ਪੈ ਗਿਆ ਸਾਡਾ। ਰੱਬ ਕਹਿੰਦਾ ਵੀ ਧੁੱਪ ਹੋਣੀ ਚਾਹੀਦੀ ਆ, ਮੈਨੂੰ ਵੀ ਕਹਿਣਾ ਚਾਹੀਦਾ ਧੁੱਪ ਹੋਣੀ ਚਾਹੀਦੀ, ਫਿਰ ਅਸੀਂ ਇੱਕ ਹੋ ਗਏ ਦੋਵੇਂ। ਰੱਬ ਕਹਿੰਦਾ ਤੈਨੂੰ ਦੁੱਖ ਦੇਣਾ, ਮੈਂ ਕਿਹਾ ਮੈਂ ਸੁੱਖ ਲੈਣਾ, ਫਿਰ ਅਸੀਂ ਦੋਨੋਂ ਅੱਡ ਅੱਡ ਹੋ ਗਏ। ਰੱਬ ਕਹਿੰਦਾ ਤੈਨੂੰ ਦੁੱਖ ਦੇਣਾ, ਆਪਾਂ ਕਹੇ ਹਾਂ ਜੀ ਮੈਂ ਜ਼ਰੂਰ ਦੁੱਖ ਲਊਂਗਾ, ਐਕਸੈਪਟ ਕਰਨਾ ਪੈਂਦਾ। ਦੁੱਖ ਸੁੱਖ ਸਭ ਤੇਰੀਆਂ ਹੀ ਦਾਤਾਂ ਨੇ, ਜੋ ਕਹਿੰਦੇ ਨੇ ਉਵੇਂ ਹੀ ਆਪਾਂ ਸੋਚਣਾ ਹੁੰਦਾ ਹੈ।
महाराज 10वें पातशाह ने जो ਸਿੰਘਾਂ ने पूछा आके महाराज साहिबजादे तुहानूं दुख नहीं होया? महाराज कहने जिसकी वस्त ते सागा रख प्रभ की आग्या मानै मत है। तो इस करके सतगुरु महाराज कहने जिहदी है चीज ਉਹਦੇ अनुसार होके चलना है। जिवें भगत फरीद जी नूं लोकां ने कहा पाकपटन शहर डुबण लग्या, दरिया बड़ा चढ़ के आ गया, बरसातां करके हड़ आ गया। फरीद जी कहण लगे फिर आपां जे रब चाहुंदा है भी पाकपटन शहर डुबे तो आपां रब की मदद करते हैं। कहते वो किवें? कहते कईयां लियाओ आपां बानी वढ़ दिंदे हैं, आपां रब की मदद करो। कहते चलो जी सारे कईयां लैके जाके फरीद जी कहते हे रब्बा जे तैनूं ये भाउंदा भी पाकपटन शहर डुबे तो असीं आ बन वढ़ दिंदे हैं, तेरी मदद करते हैं नाल, असीं तेरे भाणे च, क्योंकि तू ही चाहुंदा डुबे तो असीं क्यों रोकीए। फरीद जी ने जब 2 टक मारे कही दे ऐसा उस वक्त दरिया दे विच छल जी आई को सारा वहण परे नूं मुड़ गया। वहण तदाऊं गांव करे जिधर रब रजाए, वहण तदाऊं गांव करे। श्लोक तां उचारिया जिवें तुसीं पाउने असीं उदां ही चल पैंदे। फिर वो बड़ा खुश हुंदा भी मेरे अनुसार चलदा। जदों आपां खिंचो ताण विगुची है भाई, जदों वो चाहुंदा मैं ऐ करना, आपां चाहुंदे मैं ऐ करना, इत्थे अपनी ते रब दी फिर 2 रस्ते हो जांदे ने। आपां उहनां नालों वखरे नहीं होना, वो जो चाहुंदे ने ओही ठीक है। वो चाहुंदे ने तू 5 ककार पावें, तू गुरु का बने, तू अमर छकें, तू बाणी पढ़े, मैं उवें ही तैयार हां जी। वो कहते तू ऐ कर, ये कहना मैं नहीं करता। फिर तो अपना वखरेवा हो गया, आपां वखरे हो गए। आपां तो उहदे अनुसार चलना है। गुरमुख तेरा भाणा भावै, ਉਹ ਭਾਣੇ ਵਿੱਚ ਚਲਾਉਂਦਾ, तेरा भाणा तू है मनाए जिसनों होए दयाला। भाणे जेवड़ दात ना कोई, कहना बड़ा सौखा है, मनना बहुत औखा है, पर भाणा भी तो आप ही मनाउंदे ने। भाणा किसे मनाए दा बल दिंदा, ਉਹਨੂੰ भाणा मनण ਦਾ भी बल मिलदा। ਇੰਨੀਆਂ ਨੀ ਸ਼ਕਤੀਆਂ ਦੇ ਮਾਲਕ ਬ੍ਰਹਮ ਗਿਆਨ ਵਿੱਚ ਰੱਤੇ ਹੋਏ ਭਾਈ ਮਤੀ ਦਾਸ ਜੀ ਸੀਸ ਤੇ ਆਲਾ ਚੱਲਦਾ। कहने जे तैनू भाउंदा तो जरूर चले। मैं तो आप चाहना जे तैनू भाउंदा कि मेरे 2 टुकड़े होण ते तू खुश होना, तो मैनू तेरी खुशी 2 टुकड़े करा के मिलदी मैनू की है। मैं तो बहुत खुश हाँ कि चलो भी मेरे 2 टुकड़े हो गए तो रब खुश। 5 प्रमाण की पौड़ी तक 2 टुकड़े हो गए, बाकी दा जपजी साहब 2 पाठियां वांगू आवाज आई। भाई मनी सिंह ने कहा बंद बंद कटा के, कहते बंद बंद कटिया जाएगा तेरा। ਜਦੋਂ ਗੁੱਟ ਤੇ ਵਾਰ ਕਰਨ ਲੱਗਿਆ ਜਲਾਦ ਕਹਿਣ ਲੱਗੇ ਓਏ ਜਲਾਦਾ ਤੈਨੂੰ ਹੁਕਮ ਕੀ ਆ? ਕਹਿੰਦੇ ਬੰਦ ਬੰਦ ਕੱਟਣ ਦਾ। ਕਹਿੰਦੇ ਫਿਰ ਉਂਗਲੀਆਂ ਦੇ 3 ਆ ਦੇਖ ਹਿੱਸੇ ਬਣਦੇ ਕਿ ਨਹੀਂ? ਪਹਿਲਾਂ ਮੇਰੀ ਉਂਗਲ ਦੇ ਉੱਤੇ ਵਾਰ ਕਰ, ਪਹਿਲੇ ਪੋਟੇ ਤੇ ਕਰ, ਫਿਰ ਦੂਜੇ ਤੇ ਕਰ, ਫਿਰ ਤੀਜੇ ਤੇ ਕਰ, 3 ਟੁਕੜੇ ਮੇਰੀ ਉਂਗਲ ਦੇ ਕਰ, 1 ਦੇ, ਫਿਰ ਮੈਂ ਤੈਨੂੰ ਮੰਨੂਗਾ ਵੀ ਤੂੰ ਆਪਣੇ ਮਾਲਕ ਦਾ ਹੁਕਮ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਦਿੱਤੀ। देगे चुबलते हुए सुखमनी साहब का पाठ भाई दयाला ने किया। सतनाम वाहिगुरू का जाप भाई सती राम ने किया। जे तैनू ये भाउंदा कि मैं सड़ के मरा तो मैं क्यों आखा कि मैं ना मरा? मैं तो तेरे भाणे च। इत्थे तक दाइया हुंदा भाणे विच रहण दा। जे तैनू ये भाउंदा भी मैं गरीबी कट्टा, मैं छोले खावां भुजे होए, मैं जरूर खाऊंगा। आपां कहिए नहीं रब ने मैनूं दित्ता कख नहीं, रब ने सानूं छोले चबाते, फिर आपां रब दे विरोधी हो जाते हैं। नहीं असीं तां जो तुसीं कहना उदां ही चल पैना, ये तां है ही तेरे। कबहू कूर्ण चने चबावै, कबहू खीर खांड घिओ ना भावै। कदे खीर खंड घिओ आपां नूं चंगे नहीं लगदे, परे रखो असीं नहीं खाणे। कदे कदे छोले चबणे पै जांदे ने, भाणे तेरे च रहना असीं। जदों आपां भाणे विच तुर पे तां उहने प्रसन्न हो के आपां नूं अपना पुੱਤ बना के सब कुछ दे देना। जदों तक आपां उहदे विरोधी हो के चलदे रहे उहने कुछ नहीं देना। उदों तक भाणे विच चलीए, तैनूं जिवें भाउंदा असीं तां उवें चलांगे। बस ये गल सिख ने रखनी मन च। जब इन किछ कर माने भेदा, तब ते दुख डंड अर खेदा। जद तो ये जीव ने कुछ भेद मनना कीते ने, वखरेवें मनने कीते ने, उस काल तो इसके शरीर नूं फिर दुखां जमां दा डंड ते मन करके कष्ट प्राप्त हुंदा।
क्योंकि जिस वेले दे हिरदे चों सारे भरम विंस गए, उस वेले इस विच पार ब्रह्म दे विच ते इहदे च कोई भेद नहीं रहिंदा। जदों तो ये जीव ने कुछ भेद मनना शुरू कीता, वखरेवा मनना शुरू कीता, रब होर है मैं होर हाँ, तां मार पै गई। नहीं, तू मैं इक्को ही हाँ। अंदरली जोत नूं ते परमात्मा दी जोत नूं एक करना। एक जोत दोई मूर्ति धन फिर कही है सोए, परमात्मा दी पत्नी बनना। इस तरह बन के चलना। महाराज कहते हैं जब इन एको एकी बूझिया, तब ते इसनों सब किछ सूझिया। जदों तो ये जीव ने एको एक परमात्मा नूं बुझिया समझिया, तद काल तो इन्हूं भला बुरा सब कुछ सुझ आया। भला की हुंदा, बुरा की हुंदा। जब एहो धावै माया अर्थी, न तृप्तावै न तिस लाथी। जदों ये जीव माया का अर्थी होके दौड़दा, अर्थी तो भाव माया वास्ते दौड़दा, उदों यह रजदा नहीं, ना ही यदी तृष्णा दूर हुंदी है। क्योंकि माया ऐसी चीज है, जिवें आपां सूरज वल पिठ करके ते अपने परछावें नूं फड़दे हुए दौड़दे तुरे जाइए, परछावां हत्थ 'च नहीं आया कदे, माया कदे हत्थ 'च नहीं आई। जे इहदी इच्छा करके मंगर पै जाइए दे। सियाणे कहते ने परछावां काबू तां आउंदा जे सूरज वल मूँह करके दौड़ो तां परछावां भी पिछे पिछे ही भज्जिया आउंदा। आपां गुरु ग्रंथ साहिब वल पिठ करके जदों माया लई दौड़दे हां तां माया नूं फड़ नहीं सकदे, पर जदों गुरु ग्रंथ साहिब वल मूँह करके चल पैंदे हां माया परछावें वांगू नाल चल पैंदी। जब इसते एहो होयो जौला, पीछे लाग चली उठ कौला। जद इस माया तो यह जीव जौला हो गया, जुदा हो गया, असंग हो गया, उदों तो जिहड़ी कौला सी कमल फुल दे उत्ते वासा करन वाली, कमला भी कहंदे कौला भी कहंदे ने, विष्णु दी घर वाली जिहड़ी माया होर चीज हुंदी, तिन्नां लोकां दी जो मालक है एका माई वो होर चीज है, उहदे तो गाहां ही सारियां शक्तियां बनदियां ने। ये भी अपने मन च कई बार आ जांदा। गंगा जमुना सरस्वती ये तीन अलग ने। एक चीज हुंदी सो लक्ष्मी पार्वती ते सरस्वती। इन्हां तो उपर जिहड़ी हैगी वो हैगी माया। माया जिहड़ी है परमेश्वर की पत्नी है, जिन्हें सृष्टि रची है, और कुदरत भी उसका नाम है, प्रकृति भी उसका नाम है। इसी प्रकार काल पुरख है पिता हमारा, दैव काल का मात हमारी। वो दैव काल का उत्ते कुदरत में महाराज ने लिखिया होया। माया कौला, ये कौला छोटी है। सो महाराज कहते तद कौला जिहड़ी माया उठ के इहदे पिछे मगर लग तुरदी। जदों ये उहदे तो जुदा हो गया, असंग हो गया, वखरा हो गया, क्योंकि उहदे सुभाव ही ऐसा है, जदों उहनूं कोई मान सत्कार दिंदा ना, माया नूं लक्ष्मी नूं सिर चढ़ जांदी है। कहो नानक जो त्याग देई तब वो चरनी आए पई। इहनूं छड्डना ही पैंदा, जा काम कर अपना, लोड़ ही नहीं सानूं, असीं मंगदे ही तैनूं। एक बार तां परख लैंदी है, एक बार तो नक चों लहू कढ़ दिंदी बंदे दे, सोच सोच के कित्थों खर्चे पूरे होणगे। छड़ दित्ती इसदा नाम जपना, पर फिर भी नेड़े आउणा शुरू हो जाती है कि भी मैनूं इहने छड्ड ही दिता, हुण मेरा तो यह भगत ही नहीं रहा। हुण फिर अपनी भगती च लाउण लई फिर खुले गप्फे देने शुरू कर दिंदी। मेरा भगत बन जा, परमेश्वर दा भगत ना बन। परमेश्वर नाल तोड़दी है सानूं। कर किरपा जो सतगुर मिलियो, मन मंदिर मैं दीपक जलियो। जद किरपा करके सतगुरु जी मिल पे तां मन रूपी मंदिर विच ज्ञान रूप दीपक बल पिया। फिर बलदा, हिरदे दे अंदर ज्ञान हो जांदा, प्रकाश हो जांदा। जीत हार की सोझी करी, तो इस घर की कीमत परी। उस ज्ञान द्वारा जिस वेले जित ते हार दी ज्ञात प्राप्त हुई कि किहड़ियां कर्मां करके जित हुंदी मनुख दी, किहड़ियां कर्मां करके हार हुंदी है, उदों इस मनुखा देह रूपी घर की कीमत कदर पैंदी है कि मनुखा शरीर प्राप्त होना बहुत दुर्लभ है, इनू सफल करना चाहिए। 236 अंग ते महाराज अगली पंक्ति बख्शिश करते इसे शब्द की। करन करावन सब किछ एक है, आपे बुद्ध विचार विवेक। वो एक वाहिगुरु ही सब कुछ करन कराउण वाला है। ये मन च रख के चलना, बैठा आप ही है सारियां च। ये गल देखनी बहुत औखी हुंदी कि सारियां विच उहनूं देखना, हरेक विच मैं बैठा हाँ, ये बड़ा औखा।
ਇਹ ਚੀਜ਼ ਦੇਖਣ ਵਿੱਚ ਆਉਂਦੀ ਐ ਸੀ ਕਿ ਕ੍ਰਿਸ਼ਨ ਜੀ ਨੂੰ ਗੰਧਾਰੀ ਨੇ ਕਿਹਾ ਕਿ ਤੂੰ ਮੇਰਾ 100 ਪੁੱਤਰ ਮਾਰ ਦਿੱਤਾ ਕ੍ਰਿਸ਼ਨ, ਤੂੰ ਚੰਗਾ ਨਹੀਂ ਕੀਤਾ। ਕ੍ਰਿਸ਼ਨ ਜੀ ਕਹਦੇ ਮੈਂ ਸਾਰਿਆਂ ਵਿੱਚ ਹੀ ਬੈਠਾ, ਜਿੰਨੇ ਵੀ ਤੇਰੇ ਪੁੱਤਰਾਂ ਨੂੰ ਤੀਰ ਲੱਗੇ ਨੇ ਉਹ ਮੈਨੂੰ ਹੀ ਲੱਗੇ ਨੇ, ਕਿਉਂਕਿ ਮੇਰਾ ਆਪਾ ਹੀ ਸਾਰਿਆਂ ਵਿੱਚ ਕੰਮ ਕਰਦਾ, ਉਹਨੂੰ ਗਿਆਨ ਦੇਣਾ ਸੀ। ਸੋ ਇਸ ਕਰਕੇ ਇਨਸਾਨ ਨੂੰ ਬਿਠਾ ਕੇ ਸਮਝਾਉਣਾ ਪੈਂਦਾ ਕਿ ਜਿਵੇਂ ਤੇਰਾ ਮਨ ਹੈ ਐਵੇਂ ਦੂਜੇ ਦਾ ਵੀ ਮਨ ਹੈ, ਤੂੰ ਦੂਜਿਆਂ 'ਚ ਵੀ ਆਪਣਾ ਆਪ ਦੇਖ। ਜਿਵੇਂ ਤੇਰਾ ਜੀ ਕਰਦਾ ਮੈਂ ਚੰਗੀ ਸਵਾਦਲੀ ਚੀਜ਼ ਖਾਵਾਂ, ਦੂਜੇ ਦਾ ਵੀ ਜੀ ਕਰਦਾ। ਕੱਲਾ ਹੀ ਨਾ ਜਲੇਬੀਆਂ ਖਾ ਜੀ, ਦੂਜੇ ਨੂੰ ਵੀ ਖਵਾਈ। ਦੂਜੇ ਨੂੰ ਮਹਾਤਮਾ ਖਵਾ ਕੇ ਖੁਸ਼ ਰਹਿੰਦੇ ਨੇ ਤਾਂ ਕਿ ਉਹ ਕਹਿੰਦੇ ਨਹੀਂ ਖਾ ਰਿਹਾ। ਲੱਖਾਂ ਲੋਕਾਂ ਨੂੰ ਮਹਾਤਮਾ ਲੋਕ ਖਵਾਈ ਜਾਂਦੇ ਨੇ, ਉਹਨਾਂ ਵਿੱਚ ਆਪਣਾ ਆਤਮਾ ਦੇਖਦੇ ਨੇ, ਮੈਂ ਹੀ ਬੈਠਾ ਸਾਰਿਆਂ 'ਚ। ਬੜੀ ਉੱਚੀ ਅਵਸਥਾ ਹੈ ਇਹ, ਇਹਨੂੰ ਆਤਮਿਕ ਗਿਆਨੀ ਕਹਿੰਦੇ ਨੇ। ਸੋ ਜਿਵੇਂ ਐਸੇ ਕਈ ਮਹਾਂਪੁਰਖ ਹੋਏ ਨੇ ਆਪਣੇ ਵਿੱਚ ਜਿਹੜੇ ਲੋਕਾਂ ਨੂੰ ਲੱਡੂ ਜਲੇਬੀਆਂ ਹੀ ਖਵਾਈ ਜਾਂਦੇ ਸੀ। ਸੋ ਜਿਵੇਂ ਮੰਗਿਆਲ ਦੇ ਇਲਾਕੇ ਸੰਗਰੂਰ ਦੇ ਵਿੱਚ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਹੋਏ ਨੇ, ਬਹੁਤ ਪਹਿਲਾਂ 1903 'ਚ ਉਹਨਾਂ ਦਾ ਜਨਮ ਹੋਇਆ ਸੀ। ਲਗਭਗ 75 ਦੇ ਵਿੱਚ ਉਹਨਾਂ ਨੇ ਆਪਣਾ ਸੀਸ ਛੱਡਿਆ। ਆਮ ਤੌਰ ਤੇ ਉਹ ਜਵਾਬ ਬਹੁਤ ਛੇਤੀ ਦਿੰਦੇ ਸੀ, ਕੋਈ ਪ੍ਰਸ਼ਨ ਕਰੇ ਅੱਧਾ ਕੁ ਹਾਲੇ ਜਵਾਬ ਦੇਣ। ਸੋ ਇਸ ਕਰਕੇ ਉਹਨਾਂ ਦਾ ਨਾਮ ਉੱਤਰ ਦੇਵ ਜੀ ਰੱਖਿਆ ਸੀ। ਉੱਤਰ ਦੇਣ ਵਿੱਚ ਬੜੇ ਮਾਹਰ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਲੱਖਾਂ ਹੀ ਲੋਕਾਂ ਨੂੰ ਲੱਡੂ ਜਲੇਬੀਆਂ ਬਰਫੀਆਂ ਮਖਾਣੇ, ਲੱਖਾਂ ਲੋਕਾਂ ਨੂੰ ਕੱਪੜਾ ਵੰਡਿਆ, ਜੁੱਤੀਆਂ ਵੰਡੀਆਂ ਵੀ ਪਾਓ, ਗਰੀਬਾਂ ਨੂੰ ਜੋੜੇ ਪਾਓ, ਕੱਪੜੇ ਸਮਾ ਕੇ ਵੰਡੇ। ਪਰ ਉਹਨਾਂ ਨੂੰ ਕੋਈ ਸਮਝ ਨਹੀਂ ਸਕਿਆ ਉਹ ਕੀ ਚੀਜ਼ ਨੇ, ਕਿਉਂਕਿ ਇਲਾਕਾ ਹੀ ਐਸਾ ਸੀ ਉਹਨਾਂ ਦਾ। ਇਸੇ ਪ੍ਰਕਾਰ ਹੋਰ ਬੜੇ ਮਹਾਂਪੁਰਖ ਨੇ ਜੋ ਦੁਨੀਆ ਨੂੰ ਦੇਸੀ ਘਿਓ ਦੀਆਂ ਚੀਜ਼ਾਂ ਬਣਾ ਕੇ ਤਾਂ ਖਵਾਉਂਦੇ ਨੇ ਕਿ ਇਹ ਮੈਂ ਹੀ ਹਾਂ ਸਾਰਿਆਂ ਵਿੱਚ, ਆਪਣੀ ਆਤਮਾ ਹਰ ਇੱਕ ਵਿੱਚ ਦੇਖਣੀ। ਹੁਣ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨੇ, ਉਹ ਹਰੇਕ ਨੂੰ ਹੀ ਸਿਖਾਈ ਜਾਂਦੇ ਨੇ। ਜਿਹੜੇ ਲੋਕਾਂ ਦੀ ਨਿਗਾਹ ਹੋਰ ਹੁੰਦੀ ਆ, ਇੱਕ ਬੰਦਾ ਕਹਿੰਦਾ ਬਾਬਾ ਜੀ ਕਿ ਆਪਣਾ ਕਾਲਾ ਧਨ ਛਪਾਉਣ ਲਈ ਇਸ ਤਰ੍ਹਾਂ ਕਰਦੇ ਨੇ। ਮੈਂ ਕਿਹਾ ਬਾਬਾ ਜੀ ਨੇ ਕਿਹੜਾ ਨੌਕਰੀ ਕਰਨੀ ਹੈ ਵੀ ਉਹ ਕਿਹੜਾ ਬਲੈਕ ਕਰਦੇ ਨੇ ਵੀ ਕਾਲਾ ਧਨ ਛਪਾਉਣ। ਲੋਕਾਂ ਦੀ ਬਿਰਤੀ, ਕਿਉਂਕਿ ਉਹ ਕਾਲੇ ਮਨ ਵਾਲਾ ਆਪ ਹੈ ਅਸਲ ਵਿੱਚ ਉਹ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਦੀ ਤਾਂ ਆਪਾਂ ਅੰਦਰਲੀ ਅਵਸਥਾ ਨੂੰ ਜਾਣ ਹੀ ਨਹੀਂ ਸਕਦੇ। ਆਪਾਂ ਕੁਛ ਕਰਦੇ ਹਾਂ, ਉਹ ਕੁਛ ਸੋਚਦਾ, ਆਪਾਂ ਕੁਛ ਸੋਚਦੇ ਹਾਂ। ਬ੍ਰਹਮ ਗਿਆਨੀ ਸੋਚਦਾ ਮੈਂ ਸਭ ਦਾ ਹੀ ਭਲਾ ਕਰਾਂ ਕਿਉਂਕਿ ਮੈਂ ਹੀ ਸਾਰਿਆਂ 'ਚ ਬੈਠਾ ਹਾਂ। ਪਰ ਆਮ ਬੰਦਾ ਨਹੀਂ ਪਕੜ ਕਰ ਸਕਦਾ ਇਸ ਗੱਲ ਨੂੰ, ਕਿਉਂਕਿ ਆਪਾਂ ਸਾਰਿਆਂ ਵਿੱਚ ਮੈਂ ਹਾਂ, ਇਹ ਗੱਲ ਨੂੰ ਦੇਖਣਾ ਬਹੁਤ ਔਖਾ ਹੁੰਦਾ। ਅਤੇ ਜੇ ਕੋਈ ਬੰਦਾ ਗਲਤੀ ਕਰਦਾ ਇਹ ਜਾਣ ਕੇ ਕਿ ਅਗਿਆਨਤਾ ਸਮਝ ਲੈਣੀ ਕਿ ਇਹਨੂੰ ਹਲੇ ਅਗਿਆਨ ਹੈ, ਇਹਦੇ ਅੰਦਰ ਗਿਆਨ ਨਹੀਂ, ਦੁਸ਼ਮਣ ਨੂੰ ਵੀ ਗਿਆਨ ਦੇ ਕੇ ਉਹਦੇ ਆਪਣੇ ਵੱਲ ਕਰ ਲੈਣਾ, ਇਹ ਕਿਸੇ 'ਚ ਕਲਾ ਹੁੰਦੀ, ਉਹਨੂੰ ਵੀ ਗਿਆਨਵਾਨ ਬਣਾ ਦੇਣਾ, ਇਹ ਬੜੀ ਵੱਡੀ ਚੀਜ਼ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਗਿਆਨ ਦੇ ਦਿੱਤਾ ਬਹੁਤ ਸਾਰੇ ਲੋਕਾਂ ਨੂੰ, ਹੁਣ ਵੀ ਜਦੋਂ ਆਪਣੀ ਸੰਗਤ ਵਿੱਚ ਆਪਾਂ ਗਿਆਨ ਦਿੰਦੇ ਹੁੰਦੇ ਆ, ਕਈ ਲੋਕ ਵਿਰੋਧੀ ਬੋਲੀ ਜਾਂਦੇ ਨੇ। ਜਦੋਂ ਕਿਤੇ ਉਹ ਅਭਿਆਸ ਕਰਨ ਬਹਿੰਦੇ ਨੇ, ਜਦੋਂ ਗੁਰੂ ਦੀ ਕਿਰਪਾ ਹੁੰਦੀ ਫਿਰ ਉਹ ਕਹਿੰਦੇ ਇਹ ਤਾਂ ਗੱਲ ਸੱਚੀ ਸੀ, ਸਾਨੂੰ ਪਤਾ ਹੀ ਨਹੀਂ ਸੀ ਲੱਗਿਆ। ਸੋ ਇਸ ਕਰਕੇ ਮਨੁੱਖ ਅਗਿਆਨਤਾ ਦੇ ਵਿੱਚ ਆ ਕੇ ਬੋਲਦਾ, ਅਗਿਆਨਤਾ ਕਰਕੇ ਹੀ ਸਾਰਾ ਕੁਝ ਹੁੰਦਾ। ਭਾਵੇਂ ਗਿਆਨ ਦੇ ਸਮੁੰਦਰ ਵਿੱਚ ਕੋਈ ਰਹੇ ਵੀ, ਪਰ ਫਿਰ ਵੀ ਅਗਿਆਨਤਾ ਵਿੱਚ ਰਹੇ, ਉਹਦੇ ਲਈ ਬਹੁਤ ਬਦਕਿਸਮਤੀ ਹੁੰਦੀ। ਜੀਤ ਹਾਰ ਕੀ ਸੋਝੀ ਕਰੀ, ਤਉ ਇਸ ਘਰ ਕੀ ਕੀਮਤ ਪਰੀ, ਕਰਨ ਕਰਾਵਨ ਸਭ ਕਿਛ ਏਕ ਹੈ, ਆਪੇ ਬੁੱਧ ਵਿਚਾਰ ਵਿਵੇਕੈ। ਉਹ ਆਪ ਹੀ ਬੁੱਧੀ ਵਿੱਚ ਵਿਵੇਕ ਹੈ। ਬਿਬ ਏਕ ਹੈ, ਦੋ ਬਿਬ ਇੱਕ ਹੈ। ਬਿਬ ਹੁੰਦਾ ਦੋ ਤੇ ਏਕ ਹੁੰਦਾ ਇੱਕ। ਦੋ ਚੀਜ਼ਾਂ ਨੇ, ਜੀਵ ਤੇ ਈਸ਼ਵਰ ਤੋਂ ਇੱਕ ਹੋਣ ਦਾ ਵਿਚਾਰ ਦਿੰਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਦੂਰ ਨਾ ਨੇੜੈ ਸਭ ਕੈ ਸੰਗਾ, ਸੱਚ ਸਾਲਾਹਣ ਨਾਨਕ ਹਰ ਰੰਗਾ। ਨਾ ਉਹ ਦੂਰ ਹੈ ਨਾ ਉਹ ਨੇੜੇ, ਸਾਰਿਆਂ ਦੇ ਨਾਲ ਹੈ। ਉਹਨੂੰ ਇਹ ਕਹਿਣਾ ਕਿ ਉਹ ਦੂਰ ਹੈ, ਉਹਨੂੰ ਇਹ ਕਹਿਣਾ ਕਿ ਉਹ ਨੇੜੇ ਹੈ, ਇਹ ਦੋਨੋਂ ਹੀ ਗੱਲਾਂ ਗਲਤ ਨੇ। ਮਹਾਰਾਜ ਤਾਂ ਕੋਲੇ ਹੀ ਨੇ, ਹਿਰਦੇ 'ਚ ਹੀ ਬੈਠੇ ਨੇ। ਸੋ ਆਪਾਂ ਕਹੀਏ ਕਿ ਸੂਰਜ ਬਹੁਤ ਦੂਰ ਹੈ, ਉਹ ਤਾਂ ਨਾਲ ਹੀ ਆਪਣੇ, ਸੂਰਜ ਨੇੜੇ ਹੀ ਹੈ, ਸਾਹਮਣੇ ਜੋ ਦਿਖ ਰਿਹਾ। ਜਿਵੇਂ ਸਰਦੀਆਂ 'ਚ ਬਹੁਤ ਸਾਰੇ ਕੱਪੜੇ ਪਾਏ ਕਿਸੇ ਬੰਦੇ ਨੇ, ਪਹਿਲਾਂ ਇੱਕ
थले पूरियां बाहां की बनैन जी पाई, फिर उत्ते होर एक पाया, फिर होर कोट जिहा पाया, फिर ओवरकोट पाया। ਉਹਦਾ ਜਿਹੜਾ ਕੜਾ ਸੀ ਬਾਂਹ ਦੇ ਵਿੱਚ, ਉਹ ਕੜਾ ਤਾਹਾਂ ਜੇ ਨੂੰ ਜੜ ਗਿਆ ਬਾਂਹ 'ਚ ਕਿਤੇ। ਉਹਨੇ ਹੱਥ ਜਿਹਾ ਮਾਰਿਆ, ਉਹਨੂੰ ਭੁਲੇਖਾ ਵੀ ਕੜਾ ਕਿੱਧਰ ਗਿਆ। ਇਹ ਮੇਰੇ ਨਾਲ ਆਪ ਵੀ ਹੋ ਗਈ ਸੀ ਇੱਕ ਵਾਰੀ। ਮੈਂ ਸੋਚਦਾ ਕਿਵੇਂ ਹੋ ਜਾਂਦੀ ਹੈ ਇਹ। ਮੈਂ ਆਪਣਾ ਦੇਖਿਆ ਮੇਰਾ ਕੜਾ ਹੀ ਗਵਾਈ ਪਈ, ਕਿੱਥੇ ਡਿੱਗ ਪਿਆ ਕੜਾ, ਕਿਤੇ ਸੁੱਤੇ ਪਏ ਤਾਂ ਤੈਨੂੰ ਲੈ ਗਿਆ। ਸੋ ਐਸਾ ਹੋਇਆ ਜਦੋਂ ਕੜਾ ਲੱਭਦੇ ਲੱਭਦੇ ਕਾਫੀ ਦੇਰ ਬਾਅਦ ਆਹ ਦੇਖਿਆ ਬਹੁਤ ਹੀ ਉੱਪਰ ਚੜ੍ਹਿਆ ਸੀ ਬਾਂਹ ਦੇ। ਫਿਰ ਸਾਫ਼ ਇਹ ਕੜਾ ਹੈਗਾ। ਹੁਣ ਮੈਂ ਕੀ ਕਹਾਂ, ਮੇਰਾ ਕੜਾ ਗਵਾਚ ਗਿਆ ਸੀ। ਮੇਰਾ ਕੜਾ ਮੈਨੂੰ ਮਿਲ ਗਿਆ। ਨਾ ਤਾਂ ਉਹ ਕੜਾ ਗਵਾਚਿਆ ਤੇ ਨਾ ਮੈਨੂੰ ਮਿਲਿਆ, ਉਹ ਦੋਨੋਂ ਹੀ ਗੱਲਾਂ ਗਲਤ ਸੀ। ਉਹ ਤਾਂ ਮੇਰੇ ਕੋਲ ਹੀ ਸੀ। ਮਹਾਰਾਜ ਕਹਿੰਦੇ ਪਰਮੇਸ਼ਰ ਤਾਂ ਤੁਹਾਡੇ ਕੋਲ ਹੀ ਹੈ, ਪਰ ਤੁਸੀਂ ਉਹਨੂੰ ਕਹੀ ਜਾਂਦੇ ਹੋ ਦੂਰ ਹੈ, ਕੋਈ ਕਹਿੰਦਾ ਨੇੜੇ ਆ। ਇਹ ਗੱਲਾਂ ਦੋਨੋਂ ਹੀ ਗਲਤ ਨੇ। ਕਹਿੰਦੇ ਹਰੀ ਨਾਲ ਜਿਹੜਾ ਰੰਗਾ ਪ੍ਰੇਮ ਕਰਕੇ ਸੱਚ ਨਾਮ ਨੂੰ ਸਲਾਹੁਣਾ ਕਰੇ ਤਾਂ ਹਰੀ ਦਾ ਰੰਗਾ ਆਨੰਦ ਪ੍ਰਾਪਤ ਹੁੰਦਾ ਉਸ ਬੰਦੇ ਨੂੰ। ਸੱਚ ਸਾਲਾਹਣ ਨਾਨਕ ਹਰ ਰੰਗਾ।